ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰਬਾਣੀ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 97 ਤੋਂ ਸ਼ੁਰੂ ਕਰਾਂਗੇ ਜੀ ਤੇ 99 ਤੱਕ ਜਾਂਦੇ ਆ ਕਰਦੇ ਕਰਦੇ ਵਿਚਾਰ। ਵਾਹਿਗੁਰੂ ਜੀ। ਮਾਝ ਮਹੱਲਾ ਪੰਜਵਾਂ। ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਘਰ ਸਖੀਐ ਮੰਗਲ ਗਾਇਆ। ਆਨੰਦ ਬਿਨੋਦ ਤਿਤੈ ਘਰ ਸੋਹੈ, ਜੋ ਤਨ ਕੰਤ ਸਿਗਾਰੀ ਜਿਉ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਜਿਤ ਘਰ ਪਿਰ ਸੁਹਾਗ ਬਣਾਇਆ। ਕਹਿੰਦੇ ਜਿਸ ਜੀਵ ਦੇ ਹਿਰਦੇ ਘਰ ਵਿੱਚ ਪਰਮਾਤਮਾ ਪਤੀ ਦਾ ਵਾਸਾ ਹੋ ਗਿਆ, ਉਸ ਜੀਵ ਨੇ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਏ ਨੇ, ਸਿਫਤ ਸਲਾਹ ਕੀਤੀ ਆ। ਕਹਿੰਦੇ ਉਹ ਫਿਰ ਜੀਵ ਇਸਤਰੀ ਕਹਿੰਦੇ ਆਤਮਿਕ ਸੁਹੱਪਣ ਦੇ ਨਾਲ ਸਿੰਗਾਰੀ ਗਈ ਆ ਅਤੇ ਕਹਿੰਦੇ ਫਿਰ ਉਹ ਉਸ ਨੂੰ ਆਤਮਿਕ ਆਨੰਦ ਆ। ਕਹਿੰਦੇ ਉਹਨੂੰ ਆਤਮਿਕ ਖੁਸ਼ੀਆਂ ਮਿਲੀਆਂ ਹੋਈਆਂ ਨੇ, ਕਿਉਂਕਿ ਉਹਦਾ ਆਤਮਿਕ ਜੀਵਨ ਸੋਹਣਾ ਬਣ ਗਿਆ, ਕਿਉਂਕਿ ਵਾਹਿਗੁਰੂ ਜੀ ਦਾ ਉਹਦੇ ਅੰਦਰ ਵਾਸਾ ਹੋ ਗਿਆ। ਵਾਸਾ ਤਾਂ ਹੈ ਹੀ, ਉਹਨੂੰ ਅਹਿਸਾਸ ਹੋ ਗਿਆ ਕਿ ਮੇਰੇ ਅੰਦਰ ਬੈਠੇ ਨੇ। ਸਾ ਗੁਣਵੰਤੀ ਸਾ ਵਡਭਾਗਣ। ਫਿਰ ਕਹਿੰਦੇ ਉਹ ਚੰਗੇ ਗੁਣਾਂ ਵਾਲੀ ਹੋ ਜਾਂਦੀ ਹੈ ਅਤੇ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ, ਜਿਸ ਨੂੰ ਵਾਹਿਗੁਰੂ ਜੀ ਦਾ ਅਨੁਭਵ ਹੋ ਜਾਂਦਾ ਆਪਣੇ ਅੰਦਰ। ਪੁੱਤਰਵੰਤੀ ਸੀਲਵੰਤੀ ਸੁਹਾਗਣ। ਕਹਿੰਦੇ ਉਹ ਫਿਰ ਗਿਆਨ ਰੂਪੀ ਪੁੱਤਰ ਵਾਲੀ ਹੋ ਜਾਂਦੀ ਆ, ਉਹਦਾ ਸੁਭਾਅ ਚੰਗਾ ਹੁੰਦਾ, ਫਿਰ ਉਹ ਪਤੀ ਪਰਮੇਸ਼ਰ ਸੁਹਾਗ ਵਾਲੀ ਹੋ ਜਾਂਦੀ ਆ। ਰੂਪਵੰਤ ਸਾ ਸੁਗੜ ਵਿਚਖਣ, ਜੋ ਤਨ ਕੰਤ ਪਿਆਰੀ ਜਿਉ। ਕਹਿੰਦੇ ਉਹ ਕਹਿੰਦੇ ਜੀਵ ਇਸਤਰੀ ਜੋ ਪਰਮਾਤਮਾ ਪਤੀ ਨੂੰ ਭਾ ਜਾਂਦੀ ਹੈ, ਪਿਆਰੀ ਲੱਗਦੀ ਹੈ, ਕਹਿੰਦੇ ਫਿਰ ਉਹ ਆਤਮਿਕ ਸੁਹੱਪਣ ਵਾਲੀ ਹੋ ਜਾਂਦੀ ਆ, ਸਿਆਣੀ ਹੋ ਜਾਂਦੀ ਆ, ਅਤੇ ਉਹਦਾ ਕਹਿੰਦੇ ਮਨ ਵੀ ਸੋਹਣਾ ਬਣ ਜਾਂਦਾ। ਆਚਾਰਵੰਤ ਸਾਈ ਪ੍ਰਦਾਨੇ। ਕਹਿੰਦੇ ਚੰਗੇ ਆਚਰਨ ਵਾਲੀ ਹੁੰਦੀ ਆ, ਫਿਰ ਉਹ ਸਾਰਿਆਂ ਦੀ ਆਗੂ ਬਣ ਜਾਂਦੀ ਆ। ਸਭ ਸਿੰਗਾਰ ਬਣੇ ਤਿਸ ਗਿਆਨੇ। ਕਹਿੰਦੇ ਇੱਕ ਪਤੀ ਪਰਮੇਸ਼ਰ ਪਰਮਾਤਮਾ ਦੇ ਕਹਿੰਦੇ ਗਿਆਨ ਦੇ ਨਾਲ ਉਹਦੇ ਸਾਰੇ ਸਿੰਗਾਰ ਬਣ ਜਾਂਦੇ ਨੇ। ਸਾ ਕੁਲਵੰਤੀ ਸਾ ਸਬਰਾਈ, ਜੋ ਪਿਰ ਕੈ ਰੰਗ ਸਵਾਰੀ ਜਿਉ। ਕਹਿੰਦੇ ਉਹ ਜੀਵ ਇਸਤਰੀ ਜੋ ਪਰਮਾਤਮਾ ਦੇ ਪ੍ਰੇਮ ਰੰਗ ਦੇ ਨਾਲ ਸਵਾਰੀ ਜਾਂਦੀ ਆ, ਫਿਰ ਉਹ ਕਹਿੰਦੇ ਚੰਗੀ ਕੁੱਲ ਵਾਲੀ ਬਣ ਜਾਂਦੀ ਆ, ਉਹ ਭਰਾਵਾਂ ਵਾਲੀ ਬਣ ਜਾਂਦੀ ਆ। ਕਹਿੰਦੇ ਉਹਦਾ ਸਭ ਕੁਛ ਹੀ ਚੰਗਾ ਬਣ ਜਾਂਦਾ, ਕਿਉਂਕਿ ਵਾਹਿਗੁਰੂ ਜੀ ਦਾ ਉਹਨੂੰ ਅਨੁਭਵ ਹੋ ਗਿਆ। ਮਹਿਮਾ ਤਿਸ ਕੀ ਕਹਿਣ ਨਾ ਜਾਏ। ਕਹਿੰਦੇ ਉਹਦੀ ਵਡਿਆਈ ਦੱਸੀ ਨਹੀਂ ਜਾ ਸਕਦੀ ਵੀ ਕਿੰਨੀ ਆ। ਜੋ ਪਿਰ ਮੇਲ ਲਈ ਅੰਗ ਲਾਏ। ਕਹਿੰਦੇ ਜਿਹਨੂੰ ਪਰਮੇਸ਼ਰ ਪਤੀ ਨੇ ਵਾਹਿਗੁਰੂ ਜੀ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ। ਕਹਿੰਦੇ ਥਿਰ ਸੁਹਾਗ ਵਰ ਅਗੰਮ ਅਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜਿਉ। ਕਹਿੰਦੇ ਉਹਦਾ ਸੁਹਾਗ ਥਿਰ ਹੁੰਦਾ, ਕਿਉਂਕਿ ਪਰਮਾਤਮਾ ਥਿਰ ਹੈ, ਸੱਚ ਹੈ, ਅਟੱਲ ਹੈ, ਉਹਦਾ ਥਿਰ ਸੁਹਾਗ ਹੁੰਦਾ। ਉਹਦਾ ਸੁਹਾਗ ਆ ਉਹ ਜਿਹਦੇ ਤੱਕ ਪਹੁੰਚ ਨਹੀਂ ਹੋ ਸਕਦੀ, ਜਿਹਦੇ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਕਹਿੰਦੇ ਨਾਨਕ ਜੀ ਕਹਿੰਦੇ ਕਿ ਉਹ ਮਤਲਬ ਪਰਮਾਤਮਾ ਪਤੀ ਦੇ ਪ੍ਰੇਮ ਰੰਗ ਦੇ ਵਿੱਚ ਹੀ ਉਹਦੇ ਨਾਲ ਇਹ ਵਾਪਰਿਆ ਹੁੰਦਾ। ਉਹਦੇ 'ਚ ਜਿਹੜੀ ਇਹ ਆਈ ਹੁੰਦੀ ਆ, ਮਤਲਬ ਜਿਹੜਾ ਉਹਦਾ ਪਹਿਲੇ ਤੋਂ ਲੈ ਕੇ ਹੁਣ ਜਿਹੜਾ ਬਦਲਾਵ ਆਇਆ ਉਹਦੇ ਅੰਦਰ, ਉਹਦਾ ਸਭ ਕੁਛ ਚੰਗਾ ਬਣ ਗਿਆ, ਉਹਦੇ 'ਚ ਸੁਧਾਰ ਹੋਇਆ, ਉਹ ਸਭ ਪਰਮਾਤਮਾ ਪਤੀ ਪਰਮੇਸ਼ਰ ਦੇ ਨਾਲ ਉਹਦੇ ਪ੍ਰੇਮ ਕਰਕੇ ਹੋਇਆ। ਮਾਝ ਮਹੱਲਾ ਪੰਜਵਾਂ। ਖੋਜਤ ਖੋਜਤ ਦਰਸ਼ਨ ਚਾਹੇ,
ਭਾਤ ਭਾਤ ਬਨ ਬਨ ਅਵਗਾਹੇ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜਿਉ ਆਣ ਮਿਲਾਵੈ ਜਿਉ। ਕਹਿੰਦੇ ਕਿ ਜੀਵ ਪਰਮਾਤਮਾ ਦੀ ਖੋਜ ਕਰਦੇ ਨੇ, ਪਰਮਾਤਮਾ ਨੂੰ ਮਿਲਣ ਦੀ ਤਾਂਘ ਵਿੱਚ ਨੇ। ਫਿਰ ਕਹਿੰਦੇ ਖੋਜਦੇ ਪਰਮਾਤਮਾ ਨੂੰ ਜੰਗਲਾਂ 'ਚ, ਕਹਿੰਦੇ ਪਹਾੜਾਂ 'ਤੇ ਖੋਜਦੇ ਫਿਰਦੇ ਨੇ। ਵਾਹਿਗੁਰੂ ਦੀ ਖੋਜ ਵਿੱਚ ਜਿਨ੍ਹਾਂ ਨੂੰ ਪਰਮਾਤਮਾ ਦੀ ਮਿਲਣ ਦੀ ਪਿਆਸ ਲੱਗੀ ਹੋਈ ਆ। ਕਹਿੰਦੇ ਮੇਰਾ ਪਰਮਾਤਮਾ ਉਹਦਾ ਨਿਰਗੁਣ ਸਰੂਪ ਵੀ ਆ, ਉਹ ਤਿੰਨਾਂ ਜਿਹੜੇ ਮਾਇਆ ਦੇ ਗੁਣ ਨੇ ਇਹਨਾਂ ਤੋਂ ਅਲੇਪ ਵੀ ਆ। ਫਿਰ ਸਰਗੁਣ ਵੀ ਆ, ਸਰਗੁਣ ਹੋ ਕੇ ਉਹ ਸਾਰੇ ਜਗਤ ਵਿੱਚ ਵਸ ਰਿਹਾ। ਕਹਿੰਦੇ ਕੋਈ ਹੈ ਜਿਹੜਾ ਮੈਨੂੰ ਉਸ ਪਰਮਾਤਮਾ ਨਾਲ ਮਿਲਾ ਦੇਵੇ। ਉਹ ਪਰਮਾਤਮਾ ਜਿਹੜਾ ਨਿਰਗੁਣ ਵੀ ਆ ਅਤੇ ਸਰਗੁਣ ਵੀ ਆ। ਕਹਿੰਦੇ ਕੋਈ ਹੈ ਜਿਹੜਾ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ। ਕਿੰਨੀਆਂ ਸੋਹਣੀਆਂ ਗੱਲਾਂ ਕਰਦੇ ਨੇ। ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ। ਆਪਣੇ ਜੀਵ ਲਈ ਕਰਦੇ ਨੇ ਉਹ ਤੇ ਪਰਮਾਤਮਾ ਦਾ ਰੂਪ ਸੀਗੇ। ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਵਾਹਿਗੁਰੂ। ਖਟ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸਨਾਨਾ। ਨਿਵਲੀ ਕਰਮ ਆਸਨ 84, ਇਨ ਮਹਿ ਸ਼ਾਂਤ ਨਾ ਆਵੈ ਜਿਉ। ਕਹਿੰਦੇ ਪਰਮਾਤਮਾ ਨੂੰ ਪਾਉਣ ਦੇ ਲਈ ਹਰ ਕੋਈ ਅਲੱਗ-ਅਲੱਗ ਢੰਗ ਅਪਣਾ ਰਿਹਾ। ਫਿਰ ਕਿਸੇ ਪੰਡਤ ਦੀ ਗੱਲ ਕਰਦੇ ਨੇ, ਕਹਿੰਦੇ ਵੀ ਜਿਹੜੇ ਛੇ ਸ਼ਾਸਤਰ ਨੇ ਉਹਨਾਂ ਦੇ, ਕਹਿੰਦੇ ਵੀ ਉਹਨਾਂ ਬਾਰੇ ਉਹ ਦੂਜਿਆਂ ਨੂੰ ਪੜ੍ਹ ਸੁਣਾਉਂਦੇ ਨੇ, ਆਪ ਪੜ੍ਹਦੇ ਨੇ, ਉਹਦੇ ਬਾਰੇ ਵਿਚਾਰ ਕਰਦੇ ਨੇ, ਪੂਜਾ ਕਰਦੇ ਨੇ। ਮਤਲਬ ਜਿਸ ਚੀਜ਼ ਦੀ ਵੀ ਉਹਨਾਂ ਨੇ ਕਰਨੀ ਹੈਗੀ, ਜਿੱਦਾਂ ਆਪਾਂ ਨੂੰ ਪਤਾ ਕਿ ਅਲੱਗ-ਅਲੱਗ ਚੀਜ਼ਾਂ ਦੀ ਪੂਜਾ ਕਰਦੇ ਨੇ। ਫਿਰ ਤਿਲਕ ਲਾਉਂਦੇ ਨੇ, ਤੀਰਥ ਇਸ਼ਨਾਨ ਕਰਦੇ ਨੇ, ਨਿਉਲੀ ਕਰਮ ਕਰਦੇ ਨੇ। ਕਈ ਤਰ੍ਹਾਂ ਦੇ ਇਹਨਾਂ ਦੇ ਕਰਮ ਨੇ ਜਿੱਦਾਂ ਕਰਨ ਵਾਲੇ ਨਾ ਪੰਡਤਾਂ ਦੇ, ਜੋਗੀਆਂ ਦੇ। ਫਿਰ ਕਹਿੰਦੇ ਜਿਹੜੇ 84 ਆਸਣ ਨੇ ਉਹ ਲਾਉਂਦੇ ਨੇ। ਵੀ ਮਤਲਬ ਬਹੁਤ ਹੀ ਕਰਮ ਕਾਂਡ ਕਰਦੇ ਨੇ, ਪਰ ਫਿਰ ਵੀ ਕਹਿੰਦੇ ਵੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਇੰਨਾ ਕੁਛ ਕਰਨ ਦੇ ਬਾਵਜੂਦ ਵੀ, ਕਿਉਂਕਿ ਅੰਦਰੋਂ ਨਹੀਂ ਨਾ ਮਤਲਬ ਲੱਭ ਰਹੇ ਹੈਗੇ ਜਿੱਥੇ ਉਹ ਬੈਠੇ ਨੇ। ਵਾਹਿਗੁਰੂ ਜੀ। ਅਨੇਕ ਬਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ। ਇਕ ਖਿਨ ਹਿਰਦੈ ਸ਼ਾਂਤ ਨ ਆਵੈ, ਜੋਗੀ ਬਹੁੜ ਬਹੁੜ ਉਠ ਧਾਵੈ ਜਿਉ। ਕਹਿੰਦੇ ਕਈ ਸਾਲ ਕਹਿੰਦੇ ਜਪ ਤਪ ਕਰਦੇ ਨੇ। ਫਿਰ ਕਹਿੰਦੇ ਧਰਤੀ 'ਤੇ ਮਤਲਬ ਰਟਨ ਕਰਦੇ ਨੇ, ਕਦੇ ਕਿਸੇ ਜਗ੍ਹਾ 'ਤੇ ਕਿਸੇ ਜਗ੍ਹਾ 'ਤੇ ਤੀਰਥ ਯਾਤਰਾਵਾਂ ਕਰਦੇ ਨੇ। ਕਹਿੰਦੇ ਇਸ ਤਰ੍ਹਾਂ ਉਹ ਜਿਹੜੇ ਜੋਗੀ ਆ, ਕਹਿੰਦੇ ਮੁੜ ਕੇ ਉਹੀ ਕਰਮ ਕਰ ਰਹੇ ਨੇ, ਪਰ ਇੱਕ ਪਲ ਲਈ ਵੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਕਿਉਂਕਿ ਪਰਮਾਤਮਾ ਨਹੀਂ ਮਿਲਿਆ ਜੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਰ ਕਿਰਪਾ ਮੋਹਿ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ। ਕਹਿੰਦੇ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਗੁਰੂ ਮਿਲਾ ਦਿੱਤਾ। ਕਹਿੰਦੇ ਫਿਰ ਗੁਰੂ ਦੇ ਮਿਲਣ ਨਾਲ ਕੀ ਹੋਇਆ, ਕਹਿੰਦੇ ਮੇਰਾ ਮਨ ਅਤੇ ਮੇਰਾ ਤਨ ਵੀ ਸ਼ਾਂਤ ਹੋ ਗਿਆ ਵਿਕਾਰਾਂ ਵੱਲੋਂ, ਤ੍ਰਿਸ਼ਨਾ ਵੱਲੋਂ, ਆਸਾ ਵੱਲੋਂ, ਅਤੇ ਮੇਰੇ ਮਨ ਨੂੰ ਧੀਰਜ ਆ ਗਿਆ। ਧੀਰਜ ਕਿਉਂ ਆਇਆ ਫਿਰ ਅਗਲੀ ਤੁਕ ਵਿੱਚ ਦੱਸਦੇ ਨੇ। ਪ੍ਰਭ ਅਬਿਨਾਸੀ ਬਸਿਆ ਘਟ ਭੀਤਰ, ਹਰ ਮੰਗਲ ਨਾਨਕ ਗਾਵੈ ਜਿਉ। ਕਹਿੰਦੇ ਉਹ ਪਰਮਾਤਮਾ ਜੋ ਅਬਿਨਾਸੀ ਆ, ਜਿਹਨੇ ਕਦੇ ਨਾਸ਼ ਨਹੀਂ ਹੋਣਾ, ਕਹਿੰਦੇ ਉਹ ਅੰਦਰ ਹੀ ਮੇਰੇ ਸਰੀਰ 'ਚ ਹੀ ਕਹਿੰਦੇ ਵਸਦਾ। ਫਿਰ ਕਹਿੰਦੇ ਉਹ ਮੈਂ ਪਾ ਲਿਆ। ਕਹਿੰਦੇ ਨਾਨਕ ਜੀ ਕਹਿੰਦੇ ਹੁਣ ਮੈਂ ਕਹਿੰਦੇ ਹਮੇਸ਼ਾ ਉਹਦੀ ਸਿਫਤ ਸਲਾਹ ਦੇ ਗੀਤ ਗਾਉਂਦਾ। ਜਦੋਂ ਉਹ ਲੱਭ ਲਿਆ ਫਿਰ ਮਨ ਨੂੰ ਆਪੇ ਧੀਰਜ ਮਿਲਣਾ ਸੀ, ਸ਼ਾਂਤੀ ਮਿਲਣੀ ਸੀ। ਮਾਝ ਮਹੱਲਾ ਪੰਜਵਾਂ। ਪਾਰ ਬ੍ਰਹਮ ਅਪਰੰਪਰ ਦੇਵਾ, ਅਗੰਮ ਅਗੋਚਰ ਅਲਖ ਅਪੇਵਾ। ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜਿਉ। ਫਿਰ ਸਾਰੇ ਵਾਹਿਗੁਰੂ ਜੀ ਦੇ ਗੁਣ ਦੱਸਦੇ ਨੇ ਕਿ ਉਹ ਪਾਰ ਬ੍ਰਹਮ ਅਪਰੰਪਰ ਆ, ਜਿਹਦਾ ਕਹਿੰਦੇ ਪਾਰ ਨਹੀਂ ਪਾਇਆ ਜਾਂਦਾ। ਦੇਵਾ ਕਹਿੰਦੇ ਉਹ ਕਹਿੰਦੇ ਇੱਕ ਜਿੱਦਾਂ ਮਤਲਬ ਪ੍ਰਕਾਸ਼ ਰੂਪ ਹੈ। ਕਹਿੰਦੇ ਉਹ ਅਗੰਮ ਹੈ, ਸਾਡੀ ਉਹਦੇ ਤੱਕ ਪਹੁੰਚ ਨਹੀਂ ਹੁੰਦੀ। ਅਗੋਚਰ, ਜਿੱਥੇ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਾ ਹੋ ਸਕੇ।
ਅਲੱਖ ਜਿਸ ਚੀਜ਼ ਨੂੰ ਆਪਾਂ ਇੱਦਾਂ ਅੱਖਾਂ ਨਾਲ ਨਹੀਂ ਦੇਖ ਸਕਦੇ, ਜਿਸ ਨੂੰ ਵੀ ਵਾਹਿਗੁਰੂ ਜੀ ਦਾ ਦੀਦਾਰ ਹੋਇਆ ਉਹ ਅਨੁਭਵ ਦਾ ਦੀਦਾਰ ਹੋਇਆ, ਅੰਤਰ ਆਤਮੇ, ਕਿਉਂਕਿ ਤਿੰਨਾਂ ਤੋਂ ਰੂਪ ਰੇਖ ਨਾ ਰੰਗ ਹੈ ਨਾ, ਤਾਂ ਉਹ ਜਿਹਦੀ ਇਹ ਚੀਜ਼ਾਂ ਨਹੀਂ ਹੈਗੀਆਂ, ਰੂਪ ਨਹੀਂ, ਰੇਖ ਨਹੀਂ, ਰੰਗ, ਫਿਰ ਅੱਖਾਂ ਨਾਲ ਹੀ ਨਾ ਦੇਖਿਆ ਜਾ ਸਕਦਾ, ਉਹਨੂੰ ਅਨੁਭਵ ਕੀਤਾ ਜਾ ਸਕਦਾ, ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਜਿਨ੍ਹਾਂ ਨੇ ਵੀ ਪਾਇਆ ਉਹਦਾ ਆਨੰਦ ਆਇਆ ਉਹਨਾਂ ਨੂੰ। ਅਪੇਵਾ ਜਿਹਦਾ ਕਹਿੰਦੇ ਭੇਦ ਨਹੀਂ ਅਸੀਂ ਪਾ ਸਕਦੇ, ਉਹ ਦੀਨ ਦਿਆਲ ਆ ਸਾਡੇ, ਕਹਿੰਦੇ ਗਰੀਬਾਂ ਦੇ ਉੱਪਰ ਦਇਆ ਕਰਨ ਵਾਲਾ। ਗੋਪਾਲ ਕਹਿੰਦੇ ਧਰਤੀ 'ਤੇ ਰਹਿਣ ਵਾਲਿਆਂ ਦੀ ਪਾਲਣਾ ਕਰਨ ਵਾਲਾ। ਗੋਬਿੰਦਾ ਕਹਿੰਦੇ ਜਿਹਦੇ ਤੋਂ ਗਿਆਨ ਮਿਲਦਾ। ਹਰ ਧਿਆਵੋ ਗੁਰਮੁਖ ਗਾਤੀ ਜੀਓ, ਕਹਿੰਦੇ ਉਸ ਪਰਮਾਤਮਾ ਨੂੰ ਜਿਹਦੇ ਇੰਨੇ ਗੁਣ ਨੇ, ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਹਨੂੰ ਧਿਆਵੋ, ਫਿਰ ਕਹਿੰਦੇ ਉੱਚੀ ਅਵਸਥਾ ਪ੍ਰਾਪਤ ਹੁੰਦੀ ਆ। ਗੁਰਮੁਖ ਮਧੂਸੂਦਨ ਨਿਸਤਾਰੇ, ਕਹਿੰਦੇ ਜਦੋਂ ਗੁਰੂ ਦੇ ਸਨਮੁਖ ਹੁੰਦੇ ਆ, ਮਧੂਸੂਦਨ ਵੀ ਪਰਮਾਤਮਾ ਨੂੰ ਕਹਿੰਦੇ ਨੇ ਕਿ ਮਧੂ ਕੋਈ ਦੈਂਤ ਹੋਇਆ ਸੀ ਵੀ ਉਹਦਾ ਸਿੰਗਾਰ ਉਹਨੂੰ ਮਾਰਿਆ ਸੀ ਕ੍ਰਿਸ਼ਨ ਜੀ ਨੇ। ਇਸ ਸ਼ਬਦ ਦੇ ਵਿੱਚ ਕਾਫੀ ਜੋ ਨਾਂ ਪਰਮਾਤਮਾ ਦੇ ਲਏ ਹੋਏ ਨੇ, ਉਹ ਜੋ ਕ੍ਰਿਸ਼ਨ ਜੀ ਲਈ ਵੀ ਵਰਤੇ ਹੋਏ ਨੇ ਨਾਂ, ਉਹ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਵਰਤੇ ਨੇ। ਮਧੂਸੂਦਨ ਕੋਈ ਦੈਂਤ ਸੀ, ਉਹਨੂੰ ਕ੍ਰਿਸ਼ਨ ਜੀ ਨੇ ਮਾਰਿਆ ਸੀ। ਇੱਥੇ ਪਰਮਾਤਮਾ ਲਈ ਮਧੂਸੂਦਨ ਵੀ ਵਰਤਿਆ ਗਿਆ ਕਿ ਉਹ ਪਰਮਾਤਮਾ ਗੁਰਮੁਖ ਜੋ ਗੁਰੂ ਦੇ ਸਨਮੁਖ ਰਹਿੰਦਾ, ਉਹਨਾਂ ਨੂੰ ਇਸ ਭਵਜਲ ਤੋਂ ਤਾਰ ਦਿੰਦੇ ਨੇ। ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਕਹਿੰਦੇ ਉਹ ਪਰਮਾਤਮਾ ਜੋ ਗੁਰੂ ਦੇ ਸਨਮੁਖ ਰਹਿੰਦਾ, ਉਸ ਜੀਵ ਦਾ ਸੰਗੀ ਵੀ ਬਣਦਾ ਹੈ। ਦਿਆਲ ਦਮੋਦਰ ਗੁਰਮੁਖ ਪਾਈਐ, ਹੋਰਤ ਕਿਤੇ ਨਾ ਭਾਤੀ ਜੀਓ, ਕਹਿੰਦੇ ਉਹ ਦੀਨਾ ਤੇ ਦਿਆਲ ਹੋਣ ਵਾਲਾ। ਦਮੋਦਰ ਕਹਿੰਦੇ ਨੇ ਜਿਹਦੇ ਢਿੱਡ ਦੇ ਆਲੇ ਦੁਆਲੇ ਰੱਸੀ ਬੰਨੀ ਹੋਵੇ, ਕਹਿੰਦੇ ਉਹਨੂੰ ਸਿਰਫ ਗੁਰੂ ਦੇ ਸਨਮੁਖ ਹੋ ਕੇ ਹੀ ਪਾਇਆ ਜਾਣਾ, ਹੋਰ ਕੋਈ ਵੀ ਢੰਗ ਨਹੀਂ ਪਰਮਾਤਮਾ ਨੂੰ ਪਾਉਣ ਦਾ। ਸਿਰਫ ਗੁਰੂ ਦੀ ਸ਼ਰਨ ਲੈਣੀ ਆ, ਫੇਰ ਹੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਆ, ਹੋਰ ਕਿਸੇ ਢੰਗ ਨਾਲ ਨਹੀਂ ਹੋਣੀ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੇ ਪੈਰਾ, ਕਹਿੰਦੇ ਉਹ ਮੇਰਾ ਪਰਮਾਤਮਾ ਲੰਬੇ ਕੇਸਾਂ ਵਾਲਾ ਤੇ ਜਿਹਨੂੰ ਕੁਛ ਖੁਰਾਕ ਦੀ ਲੋੜ ਨਹੀਂ ਪੈਂਦੀ, ਜੋ ਸਾਰਿਆਂ ਦੇ ਨਾਲ ਮਿੱਤਰ ਆ, ਕਿਸੇ ਦਾ ਵੈਰ ਨਹੀਂ ਉਹਨੂੰ ਕਿਸੇ ਦੇ ਨਾਲ। ਕਹਿੰਦੇ ਕਰੋੜਾਂ ਹੀ ਨੇ, ਕਰੋੜਾਂ ਹੀ ਜਿਹੜੇ ਉਹਦੇ ਕਹਿੰਦੇ ਉਹਦੀ ਪੂਜਾ ਕਰਦੇ ਨੇ, ਉਹਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ। ਕਹਿੰਦੇ ਗੁਰਮੁਖ ਹਿਰਦੈ ਜਾ ਕੈ ਹਰ, ਹਰ ਸੋਈ ਭਗਤ ਇਕਾਤੀ ਜੀਓ, ਕਹਿੰਦੇ ਗੁਰੂ ਦੇ ਸਨਮੁਖ ਹੋ ਕੇ, ਕਹਿੰਦੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ, ਉਹੀ ਉਸ ਪਰਮਾਤਮਾ ਦਾ ਅਨੰਨ ਭਗਤ ਹੈਗਾ। ਕਹਿੰਦੇ ਅਮੋਗ ਦਰਸ਼ਨ ਬੇਅੰਤ ਅਪਾਰਾ, ਵੱਡ ਸਮਰੱਥ ਸਦਾ ਦਾਤਾਰਾ, ਕਹਿੰਦੇ ਉਸ ਬੇਅੰਤ ਅਪਾਰ ਪ੍ਰਭੂ ਦਾ ਦਰਸ਼ਨ ਬਹੁਤ ਹੀ ਵਡਮੁੱਲਾ ਹੈ, ਬਹੁਤ ਹੀ ਕੀਮਤੀ ਹੈ। ਕਹਿੰਦੇ ਉਹ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਦਾ ਹੀ ਸਦਾ ਸਾਨੂੰ ਦਾਤਾਂ ਦਿੰਦਾ ਹੈ। ਗੁਰਮੁਖ ਨਾਮ ਜਪੀਐ ਤਿਤ ਤਰੀਐ, ਗਤ ਨਾਨਕ ਵਿਰਲੀ ਜਾਤੀ ਜੀਓ, ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਆਪਾਂ ਹਮੇਸ਼ਾ ਹੀ ਉਸ ਪਰਮਾਤਮਾ ਦਾ ਨਾਮ ਜਪੀਏ। ਨਾਮ ਜਪਣ ਦੇ ਨਾਲ ਹੀ ਇਸ ਸੰਸਾਰ ਸਾਗਰ ਤੋਂ ਤਰ ਹੋਣਾ ਹੈ। ਕਹਿੰਦੇ ਕੋਈ ਵਿਰਲਾ ਹੀ ਆ ਜਿਹਨੇ ਕਹਿੰਦੇ ਪਰਮਾਤਮਾ ਦਾ ਨਾਮ ਜਪਿਆ ਤੇ ਉੱਚੀ ਅਵਸਥਾ ਪ੍ਰਾਪਤ ਕੀਤੀ ਆ, ਤੇ ਉਸ ਅਵਸਥਾ ਬਾਰੇ ਜਿਹਨੂੰ ਜਾਣਕਾਰੀ ਹੋਈ ਹੈ ਕਿ ਇਹ ਅਵਸਥਾ ਵੀ ਹੁੰਦੀ ਆ, ਕੋਈ ਵਿਰਲੇ ਹੀ ਨੇ। ਕਹਿੰਦੇ ਮਾਝ ਮਹੱਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਕਹਿੰਦੇ ਹੇ ਵਾਹਿਗੁਰੂ ਜੀ, ਜੋ ਤੂੰ ਸਾਨੂੰ ਹੁਕਮ ਕਰਦਾ ਜੀਵ ਨੂੰ, ਸਾਰੇ ਤੇਰੀ ਰਜ਼ਾ ਵਿੱਚ ਹੀ ਕੰਮ ਕਰਦੇ ਨੇ। ਜੋ ਸਾਨੂੰ ਦਿੰਨਾ ਸਾਨੂੰ ਅਸੀਂ ਉਹੀ ਲੈਂਦੇ ਹਾਂ। ਸਾਨੂੰ ਗਰੀਬਾਂ ਅਨਾਥਾਂ ਨੂੰ ਕਹਿੰਦੇ ਤੇਰਾ ਹੀ ਆਸਰਾ, ਹੋਰ ਕਿਸੇ ਦਾ ਆਸਰਾ ਨਹੀਂ ਤੇਰੇ ਤੋਂ ਛੁੱਟ। ਸਭ ਕਿਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ,
ਕਹਿੰਦੇ ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਸਭ ਕੁਝ ਤੂੰ ਹੀ ਤੂੰ ਹੈ, ਤੂੰ ਹੀ ਤੂੰ, ਤੂੰ ਹੀ ਤੂੰ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਹਰ ਇੱਕ ਜਗ੍ਹਾ ਤੇ ਤੂੰ ਹੀ ਹੈ। ਤੂੰ ਆਪਣੀ ਕੁਦਰਤ ਦੇ ਵਿੱਚ ਵੀ ਬੈਠਾ ਹੈ, ਤੇਰੀ ਕੁਦਰਤ ਤੋਂ ਕੁਰਬਾਨ। ਕਿਹਾ ਨਾ ਕਿ ਕੁਦਰਤ ਨੂੰ ਬਣਾ ਕੇ ਤੇ ਆਪ ਵਿੱਚ ਵਸ ਗਿਆ, ਤੇਰੀ ਕੁਦਰਤ ਤੋਂ ਕੁਰਬਾਨ। ਕਹਿੰਦੇ ਸਦਕੇ ਜਾਵਾਂ ਤੇਰੀ ਕੁਦਰਤ ਤੋਂ, ਤੇਰੀ ਤਾਕਤ ਤੋਂ। ਭਾਣੇ ਉੱਜੜ ਭਾਣੇ ਰਾਹਾ, ਕਹਿੰਦੇ ਆਪਣੀ ਰਜ਼ਾ ਦੇ ਵਿੱਚ ਹੀ ਕਿਸੇ ਨੂੰ ਕਹਿੰਦੇ ਤੂੰ ਗਲਤ ਰਸਤੇ 'ਤੇ ਤੋਰਿਆ ਹੋਇਆ ਤੇ ਕਿਸੇ ਨੂੰ ਜੀਵਨ ਦੇ ਸਹੀ ਰਸਤੇ 'ਤੇ ਤੋਰਿਆ। ਤੂੰ ਹੀ ਸਭ ਕੁਛ ਕਰ ਰਿਹਾ ਹੈ। ਭਾਣੇ ਹਰ ਗੁਣ ਗੁਰਮੁਖ ਗਾਵਾਹਾ, ਕਹਿੰਦੇ ਤੇਰੇ ਭਾਣੇ ਦੇ ਵਿੱਚ ਹੀ ਗੁਰੂ ਦੇ ਸਨਮੁਖ ਹੋ ਕੇ ਕਹਿੰਦੇ ਜੀਵ ਤੇਰੇ ਗੁਣ ਗਾਉਂਦੇ ਨੇ। ਭਾਣੇ ਭਰਮ ਪਵੈ ਬਹੁ ਜੂਨੀ, ਸਭ ਕਿਛ ਤਿਸੈ ਰਜਾਈ ਜੀਓ। ਕਹਿੰਦੇ ਤੇਰੇ ਭਾਣੇ ਦੇ ਵਿੱਚ ਹੀ ਕਹਿੰਦੇ ਜੀਵ ਅਲੱਗ-ਅਲੱਗ ਜੂਨਾਂ ਦੇ ਵਿੱਚ ਆਉਂਦੇ ਨੇ। ਕਹਿੰਦੇ ਸਭ ਕੁਛ ਤੇਰੀ ਰਜਾ ਦੇ ਵਿੱਚ ਹੀ ਹੁੰਦਾ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਪਾਣਾ। ਕਹਿੰਦੇ ਕਿਸੇ ਨੂੰ ਮੂਰਖ ਨਾ ਸਮਝੋ, ਕਿਸੇ ਨੂੰ ਸਿਆਣਾ ਨਾ ਸਮਝੋ। ਜੋ ਕੋਈ ਜੋ ਕੁਛ ਕਰ ਰਿਹਾ ਉਹ ਪਰਮਾਤਮਾ ਦੇ ਭਾਣੇ ਵਿੱਚ ਹੀ ਕਰ ਰਿਹਾ। ਕੋਈ ਮੂਰਖ ਨਹੀਂ, ਕੋਈ ਸਿਆਣਾ ਨਹੀਂ, ਸਭ ਕੁਛ ਉਹਦੀ ਰਜ਼ਾ 'ਚ ਹੀ ਹੋ ਰਿਹਾ। ਅਗੰਮ ਅਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਕਹਿੰਦੇ ਹੇ ਅਪਹੁੰਚ, ਹੇ ਗਿਆਨ ਇੰਦਰੀਆਂ ਤੋਂ ਪਰੇ, ਜਿੱਥੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਹੇ ਬੇਅੰਤ, ਹੇ ਪ੍ਰੀਤਮ, ਹੇ ਅਪਰੰਪਰ ਪ੍ਰਭੂ ਜੀ, ਤੇਰੀ ਕੀਮਤ ਨਹੀਂ ਕਹੀ ਜਾ ਸਕਦੀ। ਸੰਸਾਰ ਦੀ ਕੋਈ ਵੀ ਸ਼ੈ ਦੇ ਵੱਟੇ ਤੂੰ ਲਿਆ ਨਹੀਂ ਜਾ ਸਕਦਾ। ਸੰਸਾਰ ਦੀ ਕੋਈ ਵੀ ਸ਼ੈ ਤੇਰੀ ਕੀਮਤ ਨਹੀਂ ਹੋ ਸਕਦੀ। ਖਾਕ ਸੰਤਨ ਕੀ ਦੇਹੋ ਪਿਆਰੇ, ਆਏ ਪਰਿਆ ਹਰ ਤੇਰੇ ਦੁਆਰੇ। ਕਹਿੰਦੇ ਹੇ ਪਰਮਾਤਮਾ, ਮੈਂ ਤੇਰੇ ਦਰ 'ਤੇ ਆਇਆ। ਕਹਿੰਦੇ ਮੈਨੂੰ ਆਪਣੇ ਸੰਤਾਂ ਦੀ ਚਰਨ ਧੂੜ ਦੇ ਦੇ ਕਿ ਮੈਂ ਤਰ ਜਾਵਾਂ। ਦਰਸ਼ਨ ਪੇਖਤ ਮਨ ਆਘਾਵੈ, ਨਾਨਕ ਮਿਲਨ ਸੁਭਾਈ ਜੀਓ। ਕਹਿੰਦੇ ਪਰਮਾਤਮਾ ਦੇ ਦਰਸ਼ਨ ਕਰਕੇ ਕਹਿੰਦੇ ਫਿਰ ਜਿਹੜਾ ਮਨ ਆ ਸਾਡਾ, ਕਹਿੰਦੇ ਉਹ ਤ੍ਰਿਪਤ ਹੋ ਜਾਂਦਾ। ਫਿਰ ਵਿਕਾਰਾਂ ਵੱਲੋਂ ਮਤਲਬ ਦੂਜੇ ਪਾਸੇ ਹੋ ਜਾਂਦਾ, ਵਿਕਾਰ ਖਤਮ ਹੋ ਜਾਂਦੇ ਨੇ, ਆਸਾ ਤ੍ਰਿਸ਼ਨਾ ਖਤਮ ਹੋ ਜਾਂਦੀਆਂ ਨੇ। ਜਿਹੜੀ ਮਾਇਆ ਦੀ ਭੁੱਖ ਆ ਉਹ ਤ੍ਰਿਪਤ ਹੋ ਜਾਂਦੀ ਆ। ਪਰ ਕਹਿੰਦੇ ਪਰਮਾਤਮਾ ਦਾ ਜਿਹੜਾ ਮਿਲਾਪ ਆ ਉਹਦੀ ਰਜ਼ਾ ਦੇ ਅਨੁਸਾਰ ਹੀ ਹੁੰਦਾ। ਉਹ ਜੇ ਚਾਹੇ ਤਾਂ ਹੀ ਮਿਲਾਪ ਹੋ ਸਕਣਾ। ਜਦੋਂ ਮਿਲਾਪ ਹੋ ਜਾਣਾ ਫਿਰ ਕਹਿੰਦੇ ਮਨ ਨੇ ਤ੍ਰਿਪਤ ਹੋ ਜਾਣਾ। ਮਾਝ ਮਹੱਲਾ ਪੰਜਵਾਂ। ਦੁੱਖ ਤਦੇ ਜਾ ਵਿਸਰ ਜਾਵੈ, ਭੁੱਖ ਵਿਆਪੈ ਬਹੁ ਬਿਦਤਾਵੈ। ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਜੀਵ ਨੂੰ, ਫਿਰ ਹੀ ਉਹਨੂੰ ਦੁੱਖ ਤੰਗ ਕਰਦੇ ਨੇ, ਫਿਰ ਹੀ ਉਹਨੂੰ ਮਾਇਆ ਦੀ ਭੁੱਖ ਕਹਿੰਦੇ ਲੱਗਦੀ ਆ। ਜਦੋਂ ਪਰਮਾਤਮਾ ਦਾ ਨਾਮ ਵਿਸਰਦਾ ਫਿਰ ਮਾਇਆ ਲਈ ਕਹਿੰਦੇ ਉਹ ਇੱਧਰ ਉੱਧਰ ਭਟਕਦਾ। ਫਿਰ ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਓ। ਕਹਿੰਦੇ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਪਰ ਕਹਿੰਦੇ ਨਾਮ ਉਹਨਾਂ ਨੂੰ ਹੀ ਮਿਲਦਾ ਜਿਹਨੂੰ ਪਰਮਾਤਮਾ ਦੀਨ ਦਿਆਲਾ ਦੇਵੇ, ਜਿਹਨੂੰ ਇਹ ਦਾਤ ਉਹਨੂੰ ਹੀ ਮਿਲਦੀ ਆ। ਸਤਿਗੁਰ ਮੇਰਾ ਵੱਡ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ। ਕਹਿੰਦਾ ਮੇਰਾ ਜਿਹੜਾ ਸਤਿਗੁਰ ਆ, ਕਹਿੰਦੇ ਉਹ ਵੱਡੀ ਸਮਰੱਥਾ ਵਾਲਾ, ਉਹੀ ਪਰਮਾਤਮਾ ਦਾ ਨਾਮ ਦੇ ਸਕਦਾ। ਜੇ ਕਹਿੰਦੇ ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਯਾਦ ਰੱਖਾਂ ਤਾਂ ਸਾਰਾ ਹੀ ਦੁੱਖ ਖਤਮ ਹੋ ਜਾਂਦਾ। ਚਿੰਤਾ ਰੋਗ ਗਈ ਹੋ ਪੀੜਾ, ਆਪ ਕਰੇ ਪ੍ਰਿਤਪਾਲਾ ਜੀਓ। ਫਿਰ ਕੀ ਹੁੰਦਾ, ਕਹਿੰਦੇ ਜੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ 'ਚ ਵਸਿਆ ਰਹੇ,
ਕਹਿੰਦੇ ਮੇਰੇ ਚਿੰਤਾ ਦਾ ਰੋਗ ਵੀ ਖਤਮ ਹੋ ਜਾਂਦਾ ਤੇ ਮੇਰੀ ਹਉਮੈ ਦੀ ਪੀੜ ਵੀ ਖਤਮ ਹੋ ਜਾਂਦੀ ਆ। ਫਿਰ ਕਹਿੰਦੇ ਹਉਮੈ ਤੋਂ ਤੇ ਚਿੰਤਾ ਤੋਂ ਪਰਮਾਤਮਾ ਹੀ ਮੇਰੀ ਰਾਖੀ ਕਰਦਾ। ਫਿਰ ਬਾਰਕ ਵਾਂਗੀ ਹਉ ਸਭ ਕਿਛ ਮੰਗਾ, ਦਿੰਦੇ ਟੋਟ ਨਹੀਂ ਪ੍ਰਭ ਰੰਗਾ। ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ। ਕਹਿੰਦੇ ਪਰਮਾਤਮਾ ਆਪਣੇ ਰੰਗ ਦੇ ਵਿੱਚ ਆ ਕੇ ਕਹਿੰਦੇ ਵੀ ਸਾਨੂੰ ਇੰਨੀਆਂ ਦਾਤਾਂ ਦਿੰਦਾ, ਕਹਿੰਦੇ ਵੀ ਉਹ ਕੋਈ ਤੋਟ ਨਹੀਂ ਆਉਂਦੀ, ਕਹਿੰਦੇ ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਦਾਤਾਂ ਦੇਣ ਲੱਗਿਆ। ਪਰ ਫਿਰ ਵੀ ਕਹਿੰਦੇ ਵੀ ਜਿਵੇਂ ਮਾਂ ਬਾਪ ਬੱਚੇ ਨੂੰ ਕਿੰਨਾ ਹੀ ਕੁਛ ਦੇ ਦੇ, ਪਰ ਫਿਰ ਵੀ ਬੱਚਾ ਆਪਣੀ ਜਿੱਦ ਕਰਕੇ ਵੀ ਮੈਨੂੰ ਆਹ ਚਾਹੀਦਾ ਮੈਂ ਲੈਣਾ ਮੰਗਦਾ ਹੀ ਰਹਿੰਦਾ। ਇਸ ਤਰ੍ਹਾਂ ਹੀ ਕਹਿੰਦੇ ਵੀ ਪਰਮਾਤਮਾ ਮੈਨੂੰ ਬਹੁਤ ਕੁਛ ਦਿੰਦਾ, ਉਹਨੂੰ ਦਿੰਦਿਆਂ ਤੋਟ ਨਹੀਂ ਆਉਂਦੀ, ਪਰ ਫਿਰ ਵੀ ਮੈਂ ਉਹਦੇ ਪੈਰਾਂ 'ਚ ਪੈ ਪੈ ਕਹਿਣਾ ਵੀ ਮੈਨੂੰ ਇਹ ਦੇ, ਮੈਨੂੰ ਇਹ ਮੈਂ ਬੱਚਿਆਂ ਵਾਂਗੂ ਕਹਿੰਦੇ ਵੀ ਮੈਂ ਉਹ ਤੋਂ ਸਭ ਕੁਛ ਹੋਰ ਵੀ ਮੰਗਦਾ ਰਹਿਣਾ। ਵਾਹਿਗੁਰੂ ਜੀ ਵਾਹਿਗੁਰੂ 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 ਵਾਹਿਗੁਰੂ। ਹਉ ਬਲਿਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ। ਹਿਰਦੇ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ। ਕਹਿੰਦੇ ਮੈਂ ਆਪਣੇ ਸਤਿਗੁਰ ਤੋਂ ਬਲਿਹਾਰੇ ਜਾਵਾਂ, ਕਹਿੰਦੇ ਜਿਹਨੇ ਮੇਰੇ ਸਾਰੇ ਹੀ ਕਹਿੰਦੇ ਬੰਧਨ ਕੱਟ ਦਿੱਤੇ ਵਿਕਾਰਾਂ ਦੇ, ਮਾਇਆ ਵਾਲੇ। ਕਹਿੰਦੇ ਮੇਰੇ ਹਿਰਦੇ ਨੂੰ ਕਹਿੰਦੇ ਨਾਮ ਦੇ ਕੇ ਪਰਮਾਤਮਾ ਦਾ ਨਿਰਮਲ ਕਰ ਦਿੱਤਾ। ਨਾਨਕ ਰੰਗ ਰਸਾਲਾ ਜੀਓ। ਕਹਿੰਦੇ ਹੁਣ ਨਾਨਕ ਜੀ ਕਹਿੰਦੇ ਹੁਣ ਪਰਮਾਤਮਾ ਦੇ ਕਹਿੰਦੇ ਨਾਮ ਰੰਗ ਦੇ ਵਿੱਚ ਰੰਗਿਆ ਹੋਇਆ, ਕਹਿੰਦੇ ਮੈਂ ਹੁਣ ਗੂੜਾ ਚਲੂਲਾ ਲਾਲ ਮੇਰਾ ਰੰਗ ਹੋ ਗਿਆ। ਵਾਹਿਗੁਰੂ ਦੇ ਨਾਮ ਵਿੱਚ ਰੰਗਤ ਚੜ੍ਹ ਗਈ ਆ। ਵਾਹਿਗੁਰੂ ਜੀ ਵਾਹਿਗੁਰੂ 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 ਵਾਹਿਗੁਰੂ। ਮਾਝ ਮਹੱਲਾ ਪੰਜਵਾਂ। ਲਾਲ ਗੋਪਾਲ ਦਿਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਵਿੰਦੇ। ਊਚ ਅਥਾਹ ਬੇਅੰਤ ਸੁਆਮੀ, ਸਿਮਰ ਸਿਮਰ ਹਉ ਜੀਵਾਂ ਜੀਓ। ਫਿਰ ਸਾਰੇ ਵਾਹਿਗੁਰੂ ਜੀ ਦੇ ਗੁਣ ਗਿਣਦੇ ਨੇ। ਕਹਿੰਦੇ ਹੇ ਲਾਲ, ਹੇ ਗੋਪਾਲ, ਹੇ ਦਿਆਲ ਰੰਗੀਲੇ, ਹੇ ਗਹਿਰ ਗੰਭੀਰ ਬੇਅੰਤ ਗੋਵਿੰਦੇ। ਦੀਨਾਂ 'ਤੇ ਦਿਆਲ ਕਰਨ ਵਾਲਾ, ਹਮੇਸ਼ਾ ਆਨੰਦ ਦੇ ਵਿੱਚ ਖਿੜੇ ਮੱਥੇ ਰਹਿਣ ਵਾਲਾ, ਇੰਨਾ ਗੰਭੀਰ ਜਿਹਦੀ ਅਸੀਂ ਡੂੰਘਾਈ ਦਾ ਅੰਤ ਨਹੀਂ ਲਾ ਸਕਦੇ, ਬੇਅੰਤ ਸਾਨੂੰ ਗਿਆਨ ਦੇਣ ਵਾਲਾ, ਸਭ ਤੋਂ ਉੱਚਾ ਅਥਾਹ ਕਹਿੰਦੇ ਜਿਹਦਾ ਅੰਤ ਨਹੀਂ ਪੈ ਸਕਦਾ। ਹੇ ਸੁਆਮੀ, ਕਹਿੰਦੇ ਤੈਨੂੰ ਸਿਮਰ ਸਿਮਰ ਕੇ, ਤੇਰਾ ਨਾਮ ਸਿਮਰ ਸਿਮਰ ਕੇ ਮੈਨੂੰ ਆਤਮਿਕ ਜੀਵਨ ਮਿਲਦਾ। ਦੁੱਖ ਭੰਜਨ ਨਿਧਾਨ ਅਮੋਲੇ। ਕਹਿੰਦੇ ਦੁੱਖਾਂ ਦਾ ਨਾਸ਼ ਕਰਨ ਵਾਲੇ, ਕਹਿੰਦੇ ਤੇਰੇ ਖਜ਼ਾਨੇ ਕਹਿੰਦੇ ਬੜੇ ਅਨਮੋਲ ਨੇ, ਬੜੇ ਵਡਮੁੱਲੇ ਖਜ਼ਾਨੇ ਨੇ, ਕਹਿੰਦੇ ਜਿਨ੍ਹਾਂ ਦਾ ਤੂੰ ਮਾਲਕ ਆ। ਨਿਰਭਉ ਹੈ ਨਿਰਵੈਰ ਅਥਾਹ ਅਤੋਲੇ। ਜਿਹਦੀ ਥਾਂ ਨਹੀਂ ਪਾਈ ਜਾ ਸਕਦੀ, ਜਿਹਦੀ ਕਿਸੇ ਵੀ ਚੀਜ਼ ਨੂੰ ਤੋਲਿਆ ਨਹੀਂ ਜਾ ਸਕਦਾ। ਅਕਾਲ ਮੂਰਤ ਅਜੂਨੀ ਸੰਭਉ, ਮਨ ਸਿਮਰਤ ਠੰਡਾ ਥੀਵਾ ਜੀਓ। ਉਹ ਵਾਹਿਗੁਰੂ ਜੀ ਜਿਸ ਤਰ੍ਹਾਂ ਮੂਲ ਮੰਤਰ 'ਚ ਆਉਂਦਾ ਨਾ ਸਾਰਾ, ਅਕਾਲ ਮੂਰਤ ਨੇ, ਕਹਿੰਦੇ ਜਿਨ੍ਹਾਂ ਦੀ ਸਾਡੇ ਵਾਂਗ ਮੂਰਤ ਨਹੀਂ ਹੈਗੀ, ਜੂਨਾਂ 'ਚ ਨਹੀਂ ਆਉਂਦੇ ਹੈਗੇ, ਜਿਨ੍ਹਾਂ ਦਾ ਪ੍ਰਕਾਸ਼ ਆਪਣੇ ਆਪ ਤੋਂ, ਕਹਿੰਦੇ ਉਸ ਪਰਮਾਤਮਾ ਦਾ ਕਹਿੰਦੇ ਨਾਮ ਸਿਮਰ ਸਿਮਰ ਕੇ ਮੇਰਾ ਮਨ ਕਹਿੰਦੇ ਠੰਡਾ ਸੀਤਲ ਠਾਰ ਹੋ ਜਾਂਦਾ। ਕਹਿੰਦੇ ਫਿਰ ਮੈਨੂੰ ਕੋਈ ਤੜਫ ਨਹੀਂ ਰਹਿੰਦੀ, ਮੈਨੂੰ ਕੋਈ ਮਾਇਆ ਦੀ ਕਹਿੰਦੇ ਭੁੱਖ ਨਹੀਂ ਰਹਿੰਦੀ, ਕੋਈ ਮੈਨੂੰ ਆਸਾ ਤ੍ਰਿਸ਼ਨਾ ਨਹੀਂ ਤੰਗ ਕਰਦੀਆਂ। ਸਦਾ ਸੰਗੀ ਹਰ ਰੰਗ ਗੋਪਾਲਾ। ਕਹਿੰਦੇ ਉਹ ਪ੍ਰੇਮ ਦੇ ਰੰਗ ਵਾਲਾ ਕਹਿੰਦੇ ਗੋਪਾਲ ਸਦਾ ਮੇਰਾ ਸਾਥੀ ਆ। ਊਚ ਨੀਚ ਕਰੇ ਪ੍ਰਤਪਾਲਾ। ਕਹਿੰਦੇ ਉਹ ਆਪਣੇ ਕਿਸੇ ਜੀਵ ਨੂੰ ਉੱਚਾ ਨੀਚਾ ਨਹੀਂ ਸਮਝਦਾ, ਉਹ ਆਪਣੇ ਸਾਰੇ ਜੀਵਾਂ ਦੀ ਇੱਕ ਸਾਰ ਕਹਿੰਦੇ ਪਾਲਣਾ ਕਰਦਾ।
ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾਂ ਜੀਓ। ਕਹਿੰਦੇ ਜਿਹੜਾ ਉਹਦਾ ਨਾਮ ਆ, ਪਰਮਾਤਮਾ ਦਾ ਨਾਮ, ਉਹ ਸਾਰੇ ਰਸਾਂ ਤੋਂ ਸ੍ਰੇਸ਼ਟ ਆ ਕਹਿੰਦੇ, ਅਤੇ ਮੇਰੇ ਮਨ ਨੂੰ ਕਹਿੰਦੇ ਤ੍ਰਿਪਤੀ ਦਿੰਦਾ ਹੈਗਾ। ਫਿਰ ਗੁਰੂ ਦੇ ਸਨਮੁਖ ਰਹਿ ਕੇ ਕਹਿੰਦਾ ਮੈਂ ਉਹਦਾ ਅੰਮ੍ਰਿਤ ਰੂਪੀ ਨਾਮ ਪੀਂਦਾ, ਕਹਿੰਦੇ ਉਹਦੇ ਨਾਮ ਦੀ ਜਾਪ ਕਰਦਾ, ਸਿਫਤ ਸਲਾਨਾ ਕਰਦਾ। ਦੁੱਖ ਸੁੱਖ ਪਿਆਰੇ ਤੁਧ ਤੇ ਆਈ, ਇਹ ਸੁਮਤ ਗੁਰੂ ਤੇ ਪਾਈ। ਕਹਿੰਦੇ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ, ਹੇ ਪਰਮੇਸ਼ਰ ਜੀ ਮੈਂ ਤੇਰੀ ਆਰਾਧਨਾ ਕਰਦਾ। ਕਹਿੰਦੇ ਇਹ ਮੈਨੂੰ ਮੱਤ ਗੁਰੂ ਨੇ ਦਿੱਤੀ ਆ ਕਿ ਵੀ ਸਦਾ ਹੀ ਤੇਰੀ ਆਰਾਧਨਾ ਕਰਨੀ ਆ, ਸਦਾ ਹੀ ਤੇਰੀ ਸਿਫਤ ਸਲਾਹ ਕਰਨੀ ਆ। ਨਾਨਕ ਕੀ ਤਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪਰੀਵਾਂ ਜੀਓ। ਨਾਨਕ ਜੀ ਕਹਿੰਦੇ ਨੇ ਇਹ ਪਰਮਾਤਮਾ, ਕਹਿੰਦੇ ਮੇਰਾ ਤੂੰ ਹੀ ਆਸਰਾ, ਤੂੰ ਹੀ ਇਕੱਲਾ ਮੇਰਾ ਕਹਿੰਦੇ ਆਸਰਾ। ਕਹਿੰਦੇ ਤੇਰੇ ਪ੍ਰੇਮ ਦੇ ਵਿੱਚ ਭਿੱਜ ਕੇ ਹੀ ਕਹਿੰਦੇ ਮੈਂ ਇਸ ਸੰਸਾਰ ਸਮੁੰਦਰ ਤੋਂ ਤਰ ਸਕਦਾ। ਇਸ ਸੰਸਾਰ ਸਮੁੰਦਰ ਤੋਂ ਤਰਨ ਦੇ ਲਈ ਕਹਿੰਦੇ ਮੈਨੂੰ ਤੇਰੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਣਾ ਪੈਣਾ, ਤੇਰੀ ਸਿਫਤ ਸਲਾਹ ਕਰਨੀ ਆ, ਫਿਰ ਤੂੰ ਮੈਨੂੰ ਇੱਥੋਂ ਪਾਰ ਲੰਘਾ ਦੇਣਾ ਕਹਿੰਦੇ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਮੇਰੀਆਂ ਮਾਫ਼ ਕਰਨੀਆਂ ਜੀ। ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ, ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਹੋਈਆਂ ਭੁੱਲਾਂ ਚੁੱਕਾਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ, ਅੱਗੇ ਤੋਂ ਸਮੱਤ ਦਿਓ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ।